Hello students. So coefficient of correlation chapter ਦੇ ਵਿੱਚ ਸਾਡਾ next ਜਿਹੜਾ method ਹੈ that is called Carl Pearson's coefficient of correlation in grouped series. Grouped series means ਕਿ ਤੁਹਾਡੇ ਕੋਲ ਜਿੱਦਾਂ ਪਹਿਲਾਂ ਸੀ ਨਾ x ਔਰ y ਦੀ ਵੈਲਿਊ ਦਿੱਤੀ ਹੁੰਦੀ ਸੀ, ਹੁਣ ਸਾਡੇ ਕੋਲ ਵੈਲਿਊਜ਼ ਉਸੇ ਤਰੀਕੇ ਨਾਲ ਲੇਕਿਨ ਸਾਨੂੰ ਇੰਟਰਵਲ ਦਿੱਤਾ ਹੋਇਆ। ਜਿੱਦਾਂ ਦੋ ਤਰ੍ਹਾਂ ਦੀ ਵੈਲਿਊਜ਼ ਆ, ਜਿਹੜੀ ਮੈਂ ਐਗਜ਼ਾਮਪਲ ਲਈ ਹੈ ਇਹਦੇ ਵਿੱਚ ਹੈ ਮਾਰਕਸ, ਠੀਕ ਹੈ, ਮਾਰਕਸ ਆਫ ਸਟੂਡੈਂਟਸ। ਸੋ ਸਟੈਟਿਸਟਿਕਸ ਦੇ ਵਿੱਚ ਜਿਹੜੇ ਮਾਰਕਸ ਆ ਉਹ ਹੌਰੀਜ਼ੈਂਟਲ ਇਧਰਲੀ ਸਾਈਡ ਤੇ ਦਿੱਤੇ ਹੋਏ ਆ, ਤੇ ਇਕਨੋਮਿਕਸ 'ਚ ਜਿਹੜੇ ਮਾਰਕਸ ਆ ਬੱਚਿਆਂ ਦੇ ਉਹ ਸਾਨੂੰ वर्टिकल फॉर्म च दिते हुए हैं। लेकिन मार्क्स की है ग्रुप्ड डाटा है, मीनस 20 तो लैके 30 तक किन्ने बच्चों के मार्क्स है, 30 तो 40 तक किन्ने दे, 40 तो 50 तक, ठीक है, इदी 20 तो 30 तक स्टैटिस्टिक्स दे है ना। तो ये ग्रुप्ड सीरीज है क्योंकि ये साडे कोल एक्स ते वाई दी वैल्यू इन टर्म्स ऑफ इंटरवल है। तो आप ये पहले तो मार्क कर लेना कि एक नू एक्स लै लिया, मान लो आ एक्स लै लिया, तो आप वाई लै लिया, इधरली साइड ते वाई है, आ साडा एक्स है। उस तो बाद तुसी की करना, जिद्दां तुसी देख सकते हो कि ये जिहड़ा इन्ना टेबल है ये मैनूं दिता होया सी, उस तो बाद मैं तीन होर इहदे विच ऐड कर दिते कॉलम, इहदे विच सैल होर ऐड कर दिते चारों तरफ तीन, क्योंकि ग्रुप्ड जिहड़ा डाटा आ उहदे लई कोएफिशिएंट ऑफ कोरिलेशन फाइंड आउट करन दे लई सानूं इस टेबल नूं इसे फॉर्म दे विच बनाना पैना, ठीक है। पहला तो जिहड़ा डाटा आही दिता होया सी इदां, तो ਉਹਦੇ ਵਿੱਚ ਮੈਂ तीन कॉलम ऐड कर ਦਿੱਤੇ चारों तरफ, ठीक है। ਹੁਣ ਮੈਂ ਆਨੀ ਇਹਦੇ ਤੇ ਫਾਰਮੂਲੇ ਤੇ ਆ ਮੈਂ ਨੀਚੇ ਲਿਖਿਆ ਹੋਇਆ, ਇਹਦਾ ਫਾਰਮੂਲਾ ਕੀ ਆ, RXY ਮੀਨਸ ਕੋਐਫੀਸ਼ੀਐਂਟ ਆਫ ਕੋਰਿਲੇਸ਼ਨ ਇਨ ਗਰੁੱਪਡ ਸੀਰੀਜ਼ ਬਿਟਵੀਨ X ਐਂਡ Y। ਇਹ ਹੈਗਾ ਦਾ ਡਾਇਰੈਕਟ ਫਾਰਮੂਲਾ, ਜੇ ਤੁਸੀਂ ਐਕਚੁਅਲ ਉਹਦੀ ਐਵਰੇਜ ਦਾ ਜਦ ਮੀਨ ਨਿਕਾਲਦੇ ਆ ਤੇ ਉਸ ਤੋਂ ਬਾਅਦ ਇਹਨੂੰ ਸੋਲਵ ਕਰਦੇ ਆ। ਇਹ ਸਾਡਾ ਸ਼ਾਰਟਕਟ ਮੈਥਡ ਹੈ ਜਿਹੜਾ ਹਮੇਸ਼ਾ ਆਪਾਂ ਯੂਜ਼ ਕਰਦੇ ਆ, ਜਿਹੜਾ ਅਸਿਊਮਡ ਮੀਨ ਲੈ ਕੇ ਕਰੀਦਾ। तो ਇਹਦੇ ਲਈ ਸਾਨੂੰ ਕੀ ਚਾਹੀਦਾ, n ਕੀ ਕਿੰਨੀਆਂ ਟੋਟਲ ਟਰਮਸ ਹੈ, ਜਿੱਦਾਂ ਹੁਣ ਇਹਦੇ ਵਿੱਚ ਟੋਟਲ ਸਟੂਡੈਂਟ ਜਿਹੜੇ 25 ਹੈ, ਠੀਕ ਹੈ। ਤਾਂ ਆ ਸਾਡਾ n ਹੈ, ਕੈਪੀਟਲ N, ਦਿਸ ਇਜ਼ ਆਵਰ ਕੈਪੀਟਲ N ਟੋਟਲ ਜਿਹੜਾ ਆ। ਆ ਫ੍ਰੀਕੁਐਂਸੀ ਆ ਹਰ ਇੱਕ ਦੀ ਕਿ ਕਿੰਨੇ ਬੱਚਿਆਂ ਦੇ ਮਾਰਕਸ ਇਸ ਇੰਟਰਵਲ ਦੇ ਵਿੱਚ ਆਉਂਦੇ ਆ। ਹੁਣ ਕੀ ਹੈ, ਉਸ ਤੋਂ ਇਲਾਵਾ ਸਾਨੂੰ ਕੀ ਚਾਹੀਦਾ, f ਫ੍ਰੀਕੁਐਂਸੀ ਆ, ਜਿਹੜੇ f ਆ ਜਿਹੜੀ ਟਰਮਸ ਲਿਖੀ ਹੋਈਆਂ, ਥੀਸ ਆਰ ਫ੍ਰੀਕੁਐਂਸੀਜ਼। x ਤੇ y ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿਹੜਾ ਆਪਾਂ ਨੂੰ ਗਰੁੱਪ ਡਾਟਾ ਦਿੱਤਾ ਹੈ, ਇੱਕ ਨੂੰ ਆਪਾਂ x ਤੇ ਇੱਕ ਨੂੰ ਆਪਾਂ y ਲੈ ਲੈਣਾ, ਉਹਦੇ ਵਿੱਚੋਂ ਆਪਾਂ dx ਤੇ dy ਸੋਲਵ ਕਰ ਲੈਣੇ, ਫਿਰ ਇਸ ਫਾਰਮੂਲੇ 'ਚ ਸਾਰੀਆਂ ਵੈਲਿਊਜ਼ ਪੁੱਟ ਕਰ ਦੇਣੀਆਂ। ਤਾਂ ਹੁਣ ਇਹਦੇ 'ਚ ਕੀ ਕਰਨਾ, ਤੁਸੀਂ ਆਪਾਂ ਇੱਧਰਲੇ ਪਾਸੇ x ਵਾਲੇ ਸੋਲਵ ਕਰਾਂਗੇ, ਤਾਂ ਇੱਥੇ ਆਪਾਂ ਲੈਣੇ ਆ ਮਿਡ ਵੈਲਿਊ, ਠੀਕ ਹੈ, ਕਿਉਂਕਿ ਇੰਟਰਵਲ ਹੈ ਤਾਂ ਸਾਨੂੰ ਮਿਡ ਵੈਲਿਊ ਲੈਣੀ ਪੈਣੀ ਹੈ, ਮਿਡ ਵੈਲਿਊ ਆਫ x। ਜਦੋਂ ਇਹਦੇ ਵਿੱਚ 20 ਤੇ 30 ਦੀ ਮਿਡ ਵੈਲਿਊ ਜਿਹੜੀ ਹੈ ਕੀ ਆਏਗੀ, 25, ਇਹਦੀ ਆ ਜਾਏਗੀ 35, ਸਿਮਿਲਰਲੀ 45 ਐਂਡ 55। ਤੇ ਉੱਪਰ ਨੂੰ ਆਪਾਂ ਇੱਧਰ ਨੂੰ ਆਪਾਂ x ਵਾਲੀ ਚੀਜ਼ਾਂ ਕਰਨੀਆਂ, ਠੀਕ ਹੈ। x ਦੇ ਉੱਤੇ ਜੋ ਵੀ dx ਜਾਂ d ਡੈਸ਼ x ਆਪਾਂ ਕਰਨਾ ਹੋਵੇ, ਇੱਧਰ ਨੂੰ ਆਪਾਂ y ਵਾਲੇ ਲੈ ਲੈਣੇ ਆ। ਇੱਥੇ ਆਪਾਂ ਲਿਖ ਲੈਣੇ ਆ ਮਿਡ ਵੈਲਿਊ ਕਿਹਦੀ, y ਦੀ। ਹੁਣ y ਦੀ ਮਿਡ ਵੈਲਿਊ ਕੀ ਹੈ, 20 ਤੇ 30 ਦੇ ਵਿੱਚ 25 then 35। ਇਹ ਕੁਐਸਚਨ ਇਦਾਂ ਦਾ, ਇਹਦੇ ਵਿੱਚ ਦੋਨੋਂ ਦੀ ਮਿਡ ਵੈਲਿਊ ਸੇਮ ਹੀ ਆ ਰਹੀ ਆ। ਉਸ ਤੋਂ ਬਾਅਦ ਅਸੀਂ ਕਰਦੇ ਹੁੰਦੇ ਆ ਕਿ ਇਹਨਾਂ ਵਿੱਚੋਂ ਕਿਸੇ ਇੱਕ ਵੈਲਿਊ ਨੂੰ ਅਸਿਊਮਡ ਮੀਨ ਮੰਨ ਕੇ ਉਹਨੂੰ a ਲੈ ਲਈਦਾ, ਤੇ ਫਿਰ ਆਪਾਂ x - a ਲਿਖੀਦਾ, ਜਿਹਨੂੰ ਆਪਾਂ ਨਾਮ ਦੇਦਾ dx, ਠੀਕ ਹੈ। ਸੋ ਇਹਦੇ ਵਿੱਚੋਂ ਆਪਾਂ ਲੈ ਲੈਣੇ ਆ, ਹੀ ਲੈ ਲੈਣੇ 45। ਸੋ ਜਦੋਂ ਆਪਾਂ ਇਹਨੂੰ ਸਬਟਰੈਕਟ ਕਰਾਂਗੇ, ਇਹ ਸਾਡਾ a ਹੈ, ਠੀਕ ਹੈ। ਤਾਂ ਆਪਾਂ ਇੱਥੇ ਲਿਖਣਾ ਆ x - a। तो x - a करांगे, इत्थों 25 - 45 विल बी -20, ठीक है। 35 माइनस दिस -10, 0 एंड 10 हेयर। ਹੁਣ ਤੁਸੀਂ ਦੇਖੋ ਕਿ ਜਦੋਂ ਇਹ ਵੈਲਿਊਜ਼ ਜਿਹੜੀਆਂ ਆ ਸਾਰੀਆਂ ਕਿਸੇ ਇੱਕ ਟੇਬਲ ਤੇ ਆਉਂਦੀਆਂ, ਜਿੱਦਾਂ 10 ਦੇ ਟੇਬਲ ਤੇ ਆ ਰਹੀ ਹੈ, ਤਾਂ ਆਪਾਂ 10 ਨਾਲ ਡਿਵਾਈਡ ਕਰ ਦੇਣਾ, ਉਹ ਸਾਡਾ ਹੋ ਜਾਏਗਾ ਇੱਥੇ dx, ਠੀਕ ਹੈ। dx ਕੀ ਕਰਨਾ, ਆਪਾਂ ਇਹਨੂੰ x - a ਨੂੰ 10 ਤੇ ਡਿਵਾਈਡ ਕਰਤਾ, ਤੇ ਸਾਡੇ ਕੋਲ ਆ ਗਿਆ -2 -1 0 1। ਸਿਮਿਲਰਲੀ ਆਪਾਂ ਇਹ ਚੀਜ਼ ਇੱਧਰ ਕਰਨੀ ਹੈ। ਪਹਿਲਾਂ ਆਪਾਂ ਇੱਥੇ ਅਸਿਊਮਡ ਮੀਨ ਲੈ ਲਿਆ, ਇਹਦੇ ਵਿੱਚ ਵੀ ਆਹੀ ਲੈ ਲੈਣੇ ਆ। ਮੰਨ ਲਓ ਇਹ b ਹੈ ਸਾਡੇ ਕੋਲ, ਫਿਰ ਆਪਾਂ ਇੱਥੇ y - b ਲਿਖਣਾ ਆ, तो it will be -20 -10 0 and 10, ठीक है। then we have to write the terms dividing by 10, क्योंकि 10 ਦੇ ਉੱਤੇ ਡਿਵਾਈਡ ਹੋ ਰਿਹਾ, ਤੇ ਉਹਨੂੰ ਆਪਾਂ ਨਾਮ ਦੇਣਾ dy। so it will be -2 -1 0 1, ठीक है।
तो इस वे ਦੇ ਨਾਲ ਅਸੀਂ ਇਧਰੋਂ ਕੰਪਲੀਟ ਕਰ ਲਿਆ ਟੇਬਲ। ਹੁਣ ਆਪਾਂ ਨੂੰ ਚਾਹੀਦਾ ਆ ਜਿਹੜੀ ਸਾਨੂੰ ਟਰਮ ਇੱਥੇ ਫਾਰਮੂਲੇ ਦੇ ਵਿੱਚ ਆ f dx dy ਜਾਂ f dx ਕੀ ਆਏਗਾ? ਦੇਖੋ f ਸਾਡੀ ਆ ਫ੍ਰੀਕੁਐਂਸੀ ਹੈ, ठीक है। ਇਹਨੂੰ ਅਗਰ ਆ ਜਿਹੜਾ ਖਾਲੀ ਹੈ ਤਾਂ ਮਤਲਬ ਇਸ ਇਹਦੇ ਵਿੱਚ ਕੁਝ ਨਹੀਂ ਆ ਰਿਹਾ ਹੈਗਾ, ਇਸ ਇੰਟਰਵਲ ਦੇ ਵਿੱਚ ਕਿਸੇ ਸਟੂਡੈਂਟਸ ਦੇ ਮਾਰਕਸ ਨਹੀਂ ਹੈ, ਠੀਕ ਹੈ। ਇਹਨੂੰ ਆਪਾਂ 0 ਹੀ ਕੰਸੀਡਰ ਕਰਨਾ। ਹੁਣ ਦੇਖੋ ਆਪਾਂ ਇਹਦੇ ਵਿੱਚ ਇਧਰਲੀ ਸਾਈਡ ਤੇ ਆਪਾਂ ਲਿਖਦੇ ਆ, ਪਹਿਲਾਂ ਸਾਡੇ ਕੋਲ ਹੈ f dx, ठीक है। इधरले पासे आप dx वाला इस हॉरिजेंटली करते हैं, dy वाला इधर ਨੂੰ ਕਰਾਂਗੇ, ठीक है। f dx ਹੋ ਚਾਹੀਦਾ ਹੁੰਦਾ, ठीक है। ਇੱਥੇ ਪੁੱਟ ਕਰਨ ਦੇ ਲਈ ਜਿੱਦਾਂ ਆਪਾਂ ਦੇਖੋ ਫਾਰਮੂਲੇ ਦੇ ਵਿੱਚ f dx ਚਾਹੀਦਾ, ਉਹਦਾ ਸਮ ਕਰਨਾ ਹੈ। ਫਿਰ ਸਾਨੂੰ f dx ਸਕੁਅਰ ਚਾਹੀਦਾ, ठीक है। ਫਿਰ ਸਾਨੂੰ ਚਾਹੀਦਾ ਆ ਵਾਲਾ f dx dy, ਆ ਵਾਲੀ ਟਰਮ ਚਾਹੀਦੀ ਹੈ। ਸੋ ਹੁਣ ਆਪਾਂ ਦੇਖਦੇ ਆ ਕਿ ਕੀ ਟਰਮ ਆਉਂਦੀ ਹੈ। f dx ਹੋਰ ਕੀ ਚਾਹੀਦਾ ਸੀ? f dx ਸਕੁਅਰ ਚਾਹੀਦਾ, ठीक है। फिर f dx dy प्रोडक्ट चाहिए है। तो पहला f dx, ਹੁਣ ਇਹ ਧਿਆਨ ਚ ਦੇਖਣਾ ਕਿ ਕਿੱਦਾਂ ਕਰਨਾ। f dx ਮਤਲਬ ਆ ਸਾਡਾ dx ਹੈ, ਹੁਣ ਆ ਵਾਲਾ ਪੂਰਾ ਇੰਟਰਵਲ ਜਿਹੜਾ ਹੈ ਇਹ dx ਹੈ। ਇਹਨੂੰ f ਮਤਲਬ ਆ ਵਾਲੀਆਂ ਟਰਮਸ ਇਹਨਾਂ ਮਲਟੀਪਲਾਈ ਕਰਨਾ, ਜਿੱਦਾਂ ਆ -2 ਹੈ ਇਹਨੂੰ 3 ਨਾਲ ਮਲਟੀਪਲਾਈ ਕਰੋ, ਇੱਥੇ ਸਾਈਡ ਤੇ ਕਰ ਲਓ ਚਾਹੇ -2 × 3 पहली टर्म होगी, दूसरी फिर इनू अगले ना मल्टीप्लाई क्योंकि सारी फ्रीक्वेंसी है। इन्हें किता -2 × 1 इज -2, फिर इस माइनस क्योंकि dx इक्को ही है, फ्रीक्वेंसी साडे कोल अलग अलग है, सारे ना मल्टीप्लाई करके आपां की करना इन्हां नूं आपस ऐड करना है। सो पहले ना मल्टीप्लाई कर लिया -2 × 3, फिर -2 × 1, फिर -2 × 1, फिर ठीक है -2 × 1, फिर अपने को -2 × 1 एक बार फिर आ गया। तो उस तो बाद लास्ट विच आ 5 ਜਿਹੜਾ टोटल है इन्ना नहीं करना क्योंकि ਇਹ ਤਾਂ ਇਹਨਾਂ ਦਾ ਹੀ ਸਮ ਆ ਫ੍ਰੀਕੁਐਂਸੀ ਦਾ। ਸੋ ਆ ਸਾਡੇ ਕੋਲ 4 ਹੀ ਵੈਲਿਊ ਸੀਗੇ, ਚਾਰਾਂ ਨਾਲ ਮਲਟੀਪਲਾਈ ਕਰ ਦਿੱਤਾ ਤੇ ਇਹ ਸਾਡੇ ਕੋਲ ਵੈਲਿਊ ਕੀ ਆ ਗਈ -6 -2 ਜਾਨੀ ਕਿ -10 ਤੇ ਆਪਾਂ ਇੱਥੇ ਲਿਖ ਦੇਣਾ ਕਿ ਇਹ ਸਾਡੇ ਕੋਲ ਵੈਲਿਊ ਆ ਗਈ -10 ਦੇ ਇਕੁਅਲ, ठीक है। सिमिलरली ਤੁਸੀਂ ਅਗਲੀ ਵੈਲਿਊ ਜਿਹੜੀ -1 ਹੈ ਇਹਨੂੰ ਮਲਟੀਪਲਾਈ ਕਰਨਾ -1 × -2 आ गया, ठीक है। अगले ना -1 × 6 -6, देन -1 ते -2, ठीक है। आ सारियां फ्रीक्वेंसीज है चारों, आ टोटल सी इनू छड़ देना, ठीक है। इन्हां सारियां नू आपां आ माइनस जिहड़ा dx दी वैल्यू -1 है ना मल्टीप्लाई करके ऐड कर लेना ते साडे कोल कितना बन जाएगा? देखो -4 -6 -10 -11। तो इस वे ना इधरला टेबल आप कंप्लीट करना, जिदा हुण f dx स्क्वायर है उत्थे dx का स्क्वायर कर लिया, जिदा आ गया 4 नूं आपां सारियां नाल मल्टीप्लाई करना, जिदा इत्थे करांगे एक लाइन होर इत्थे कंप्लीट कर दिंदी मैं। ये बन जाएगा 4 × 3 12, दैन 4 × 1 4 आ गया, दैन 4 × 1 4 आ गया, ठीक है। सो ਇਹਦਾ ਸਕੁਅਰ ਕਰ ਲਿਆ ਤੇ ਇਹਦੇ ਚ ਸਾਰਿਆਂ ਨਾਲ ਉਹਨੂੰ ਮਲਟੀਪਲਾਈ ਕਰ ਲਿਆ ਜਿੰਨੀਆਂ ਵੀ ਟਰਮਸ ਆ। तो 12 + 4 16, 16 + 4 is 20। तो ਇਹਦੇ ਵਿੱਚ ਸਾਡੇ ਕੋਲ ਵੈਲਿਊ ਆ ਗਈ 20। ਸਿਮਿਲਰਲੀ 1 ਦਾ ਸਕੁਅਰ 1 ਹੀ ਹੁੰਦਾ ਹੈ, 1 ਨੂੰ ਸਾਰਿਆਂ ਨਾਲ ਮਲਟੀਪਲਾਈ ਕੀਤਾ ਤੇ ਐਡ ਕੀਤਾ, तो ਇਹ ਵੀ ਬਣ ਜਾਏਗਾ ਇਸੇ ਤਰੀਕੇ ਨਾਲ 4 + 6 10, 10 + 1 11 ਹੀ ਆ ਜਾਣਾ ਹੈ। ਤੇ ਹੁਣ ਜਿਹੜੀ ਅਗਲੀ ਚੀਜ਼ ਹੈ इधरों ये चलो बाद च करते हैं आप, पहला इस तरीके नाल इनू क्योंकि आप ध्यान ना करना ये दोनों वैल्यूज है dx भी dy भी लेना। तो पहला आप f dx ते f dx स्क्वायर वाला करते हैं इदी इधर। हुण इधर भी आप यही चीज़ करनी है कि लिखना इत्थे आप लिखना f dy, इत्थे f dy स्क्वायर, ठीक है। आ साडे कोल y दी वैल्यूज है। हुण आप ए वाले टेबल नूं कंसीडर करना ते इधर इनू फ्रीक्वेंसी नाल मल्टीप्लाई करना, जिद्दां इत्थे -2 है -2 नूं इहदे सामने वालियां सारियां फ्रीक्वेंसीज नाल मल्टीप्लाई करके ऐड कर लेना, वो साडा बन जाऊगा f dy। जिद्दां इहदे च आना -2 × 3 -6 आ जाएगा इत्थे, ठीक है। -2 ना ही करना, -2 × -2 -4 आ गया, फिर -2 × 1 -2, सो दिस वैल्यू इज -12, ठीक है। जो f dy स्क्वायर करना था इधर स्क्वायर कर लो, -2 का स्क्वायर हो गया 4 नूं सारे ना मल्टीप्लाई कर दो, 4 × 3 12, then 4 × 2 is 8, then 4 × 1 is 4, ठीक है। तो ये 12 + 12 हो गया 24। इसी तरीके ना दूसरी वैल्यू ले -1 इनू सारे ना किता ऐड करता, इत्थे लिख लिया
ठीक है। तो फिर इनू इहदा स्केयर किया, उन्होंने सारिਆਂ ਨਾਲ मल्टीप्लाई किया, तो फिर इत्थे एफ डी वाई स्केयर दे नाल लिख देना। तो हुण इहनूं आपां कंप्लीट कर लैंदे आ टेबल नूं। हुण देखो, हुण आपां आ टेबल कंप्लीट कर ले दोनों, एफ डी एक्स ते एफ डी एक्स स्केयर वाला, इधर भी एफ डी वाई ते एफ डी वाई स्केयर एज यू हैव सीन। हुण आपां नूं चाहीदा एफ डी एक्स डी वाई वाला, इधर भी एफ डी एक्स डी वाई। इहदे लई की करना आपां, देखो डी एक्स ते डी वाई नूं आपस में मल्टीप्लाई करना। आ डी जिहड़े मैं सर्कल कीते डी वाई आ डी एक्स, इन्हां नूं आपस में मल्टीप्लाई किया, जिद्दां -2 इंटू इस टेबल ते आपां लिखनी हुण वैल्यू -2 इंटू -2 +4 इंटू 3 इज 12, ठीक है। तो 12 आप इत्थे छोटा जिहा करके लिख लेना, इनू इधर बॉक्स बना के लिख लो, चाहे तुहाडी बुक दे विच तुसीं देखोगे इस तरीके ने कीता है। उस तो बाद फिर इनू अगले इत्थे लिखना, इहदे सामने जिहड़ी वैल्यू -1 है, इधर हैगी -2 ते -1 हो गया +2 इंटू 1, इन्ना भी मल्टीप्लाई करना, ये बन जाएगा 2। ये आपां इत्थे लिख दी वैल्यू। फिर अगले दे नाल -2 इंटू 0, इधर 0 है, ठीक है। पहले इन्हां दो जिहड़ियां वैल्यूज है ये वाली ते इधर ये वाली, इन्हां नूं मल्टीप्लाई किया, 0 आ गया, 0 इंटू 1 इज 0, तो यह वैल्यू तो साडे कोल 0 आ गई। जिथे कुछ नहीं हैगा तो 0 ही है, ऑलरेडी 0 ही आ जाएगा मल्टीप्लाई करके। सेम वे ना नैक्सट जिहड़ा सैल इहदे विच आपां वैल्यू कंप्लीट करनी है, तो इहदे सामने हैगा -1, इधर है -2 इंटू -1 इज 2 इंटू 2 इज 4। तो आप तीनों वैल्यूज नूं मल्टीप्लाई करना, सैल दी अपनी वैल्यू, इहदे सामने इधर वाली वैल्यू, इधर सामने डी एक्स की वैल्यू, तो इन्हां नूं मल्टीप्लाई करके इत्थे लिख दिता। इहदी नैक्सट दे विच देखो -1, इधर भी -1 प्लस 1 इंटू 6 इज 6। इधर सामने 0 आ गया, जिथे भी 0 आ गई तिन्ना विचों ए वाली वैल्यू, ए वाली ते ए वाली, तिन्ना च एक भी 0 आ गई तो आंसर 0 आना, क्योंकि आपां तिन्ना नूं मल्टीप्लाई करके लिखना। इह च आ गया 1, इधर -1 इंटू 2 इज -2, वैल्यू -2 आ गई। फिर इसी तरीके नाल तो 0 आ गया, तो 0 दे नाल जदों भी आपां करांगे सारी वैल्यूज ये साड़ियां 0 ही आ जाणियां। इहनूं आपां थोड़ा जिहा इस तरीके नाल बॉक्स बना दिंदे हां अलग तो, कि ये साडा प्रोडक्ट वाला जिहड़ा है टेबल है। उस तो बाद इधर 1 ना करना, हुण इत्थे आ वाली वैल्यू कुछ नहीं, मीन 0 इंटू समथिंग इज 0, आ 0 ही आ जानी। फिर आ 1 इंटू -1 इट विल बी -1, देन 1 इंटू 1 इंटू 0 इज 0, 1 इंटू 1 इज 1। सो आ कंप्लीट हो गया, आपां इस तरीके ने कर लिया। हुण एक आपां की कीता है, आ फ्रीक्वेंसी सीगी जिहड़े विच नंबर लिखे हुए एफ सीगा, ते आ साडे कोल डी एक्स है, इधर मल्टीप्लाई किया ते इधर उपर डी वाई ना किया, तो एफ डी एक्स डी वाई किया है। हुण ये जिहड़ी टर्म्स है एक फ्रीक्वेंसी दे, हुण इन्हां नूं ऐड कर लैणे, किहड़े जिहड़े बॉक्स दे विच लिखे नंबर इन्हां नूं 12 प्लस 2 इज 14 प्लस 0 इज 14, तो इत्थे आपां लिखनी वैल्यू साडे कोल की आया, ये 14 आ गया। इसी तरीके नाल नैक्सट देखो, इन्हां नूं ऐड कर दिया, 6 प्लस 4 10 माइनस 2 इज 8, तो दिस वैल्यू इज 8। हुण इह च देखो ये सारे 0 है तो 0 ही आ गया सामने, ठीक है, क्योंकि सामने अगर 0 तो मल्टीप्लाई करके 0 ही आना। नैक्सट इच देखो 0 -1 0 प्लस 1 माइनस 1 इज 0, सो ये साडा एफ डी एक्स डी वाई बन जाएगा। इसी तरीके ना इधर भी इनू कंप्लीट कर लेने आपां। सेम वे ना की करना, इधर भी आ वाली वैल्यू इधर मल्टीप्लाई करनी है, ठीक है, इन्होंने इधर नू ऐड कर लेना। तो ऑलरेडी मल्टीप्लाई तो किया हुआ, बस ऐड करना। 12 प्लस 4 इज, क्योंकि बाकी 2 0 है, तो ये आ गया 16। इधर देखो 2 प्लस 6 8 माइनस 1 इज 7, देन 0 प्लस 0 इज 0, देन 0 माइनस 2 0 1, ये आ गया -1। सो इस तरीके नाल आपां कंप्लीट कर लिया। हुण आपां इन्हां दा सम करना सारियां दा। इत्थे आपां समेशन करना, जिहड़े बॉक्स खाली है ना इहदे च आपां सम करना। इधर भी आपां साडे कोल एक इत्थे बॉक्स, मैं हुण इत्थे छोटा जिहा बना लैंदी हां, बिकॉज इत्थे पहला भुल गई सी। इत्थे सम करना आपां। इधर जिहड़ा सम होगा, ਇਹ आ वैल्यू जिहड़ी आएगी सिग्मा एफ डी वाई दी आनी है। की है सम आया इहदा, -12 माइनस 10 इज -22 प्लस 4 इज -18, ठीक है। तो सिमिलर इन्हों ऐड करते हैं आप तीनों वैल्यूज, क्योंकि एक तो 0 है, इन्होंने ऐड करते 28 आ गया, 28 प्लस 10 इज 38। इन्हों ऐड करो 16 प्लस 7 इज 23, 23 माइनस 1 इज 22। हम इधर ऐड करते आप -10 -11
ਤੇ +3 10 ਤੇ 11 ਹੋ ਗਏ -21 ਤੇ +3 ਕਰਾਂਗੇ ਤੇ ਇਹ ਆ ਜਾਏਗਾ 18 -18 ਠੀਕ ਹੈ। ਇਹਦੇ ਵਿੱਚ ਇਹਦਾ ਸਮ ਕਰਦੇ ਆ, ਦੇਖੋ 20 + 11 ਇਜ਼ 31 31 + 3 ਇਜ਼ 34 ਪੋਜ਼ਿਟਿਵ ਆ ਜਾਏਗਾ। ਇਹਦੇ ਚ ਐਡ ਕਰਦੇ ਆ, ਇਹ ਆ ਗਿਆ 22। ਆ ਵੈਲਿਊ ਜਿਹੜੀ ਹੈ ਨਾ ਸਿਗਮਾ, ਇਹ ਕੀ ਹੈ ਸਾਡੇ ਕੋਲ ਸਿਗਮਾ f dx dy, ਤੇ ਇੱਧਰ ਵੀ ਆਹੀ ਵੈਲਿਊ ਆ ਜਿਹੜਾ ਸੋਲਵ ਕੀਤਾ ਸਿਗਮਾ f dx dy, ਇਹ ਤੁਹਾਡੀ ਸੇਮ ਆਣੀ ਚਾਹੀਦੀ ਹੈ ਦੋਨੋਂ ਵੈਲਿਊਜ਼, ਕਿਉਂਕਿ ਇਹ ਵੀ ਸਿਗਮਾ f dx dy ਹੈ, ਇਹ ਵੀ ਸਿਗਮਾ f dx dy ਹੈ। ਤੇ ਆ ਵੈਲਿਊ ਇਹ ਹੈਗੀ ਸਿਗਮਾ f dy ਸਕੁਅਰ, ਇਹਦੀ ਆ ਹੈਗੀ ਸਿਗਮਾ f dx, ਦਿਸ ਇਜ਼ ਸਿਗਮਾ f dx ਸਕੁਅਰ। ਹੁਣ ਤੁਹਾਡੇ ਕੋਲ ਸਾਰੀਆਂ ਵੈਲਿਊਜ਼ ਆ ਤੇ n ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਸਮ ਆ ਇਹ n ਆ। ਹੁਣ ਜਿਹੜਾ ਫਾਰਮੂਲਾ ਇਹਦੇ ਵਿੱਚ ਜੋ ਵੀ ਆਪਾਂ ਪੁੱਟ ਕਰਨਾ ਹੈ, ਦੇਖੋ ਇਹਦੇ ਚ ਕੀ ਆਣਾ, ਇੱਥੇ ਆਪਾਂ ਲਿਖ ਦਿੰਨੇ ਆ n ਦੀ ਵੈਲਿਊ ਹੈਗੀ 25, ਸਿਗਮਾ f dx dy ਕਿੰਨਾ ਆ 22, ਠੀਕ ਹੈ, ਮਾਈਨਸ ਸਿਗਮਾ f dx ਆ ਵੈਲਿਊ -18 ਹੈ, ਤੇ ਸਿਗਮਾ f dy ਇਹ ਵੀ -18 ਹੈ, ਬਾਈ ਚਾਂਸ ਦੋਨੋਂ ਸੇਮ ਹੈ। ਸੋ ਇਹ ਉੱਪਰ ਆ ਗਈ ਵੈਲਿਊਜ਼। ਹੁਣ ਨੀਚੇ ਦੇਖਦੇ ਆ, n ਦੀ ਵੈਲਿਊ ਫਿਰ 25 ਹੈ ਇੰਟੂ ਸਿਗਮਾ f dx ਸਕੁਅਰ, f dx ਸਕੁਅਰ ਆ ਸੀਗਾ 34, तो ये आ गया 25 इंटू 34, फिर माइनस सिग्मा एफ डी एक्स सीगा -18 ਇਹਦਾ ਸਕੁਅਰ -18 ਦਾ ਸਕੁਅਰ ਚਾਹੇ 18 ਦਾ ਸਕੁਅਰ ਲਿਖ ਲਓ, ਸਕੁਅਰ ਨਾਲ ਮਾਈਨਸ ਸਾਈਨ ਖਤਮ ਹੀ ਹੋ ਜਾਣਾ, ਆ ਗਿਆ। ਫਿਰ ਦੂਸਰੀ ਵੈਲਿਊ ਜਿਹੜੀ ਆ n ਹੈਗਾ 25 ਇੰਟੂ ਸਿਗਮਾ एफ डी वाई ਸਕੁਅਰ, ਇਹ ਹੈਗਾ 38 ਤੇ ਮਾਈਨਸ ਸਿਗਮਾ एफ डी वाई ਦਾ ਹੋਲ ਸਕੁਅਰ ਜਾਨੀ ਕਿ -18 ਦਾ ਸਕੁਅਰ। ਸੋ in this way you have to calculate। ਹੁਣ ਤਾਂ ਇੱਥੇ ਕੈਲਕੂਲੇਟਰ ਨਾਲ ਆਪਾਂ ਇਹਨੂੰ ਸਿੰਪਲੀਫਿਕੇਸ਼ਨ ਕਰਨੀ ਆ ਤੇ ਕਿੰਨਾ ਆਨਸਰ ਆ ਗਿਆ ਲਿਖ ਦੇਣਾ। otherwise you can see that this table was given, one side we have taken x, on the other side we have taken y, three column are constructed on all the side, on the four side you have to construct three lines. So in each of the table you will put the value of x dx y dy and the calculation will be done in this way. So ਇਹਨੂੰ calculate ਕਰਦੇ ਆ ਤੇ ਇਹਦਾ ਆਨਸਰ ਜਿਹੜਾ ਆ, now I am going to write the answer directly, which is 0.39। ठीक है, ਇਹਨੂੰ ਆਪਾਂ calculate ਕਰਕੇ check ਕਰ ਲੈਣਾ ਕਿ this is the answer।